ਰੈਡੀ। ਯੂਨਾਨੀ ਇਤਿਹਾਸਕਾਰ ਹੈਰੋਡੋਟਸ ਲਿਖਦਾ ਹੈ ਕਿ ਪ੍ਰਾਚੀਨ ਮਿਸਰੀਆਂ ਦੀ ਧਰਤੀ ਉਹਨਾਂ ਨੂੰ ਇੱਕ ਨਦੀ ਵੱਲੋਂ ਬਖਸ਼ਿਸ਼ ਕੀਤੀ ਗਈ ਹੈ। ਡੰਡੀ ਉਸ ਦਾ ਇਸ਼ਾਰਾ ਨੀਲ ਨਦੀ ਵੱਲ ਸੀ, ਜਿਸ ਦਾ ਪਾਣੀ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਮਹਾਨ ਸੱਭਿਅਤਾਵਾਂ ਵਿੱਚੋਂ ਇੱਕ ਮਿਸਰ ਘਾਟੀ ਦੀ ਸੱਭਿਅਤਾ ਦੇ ਉਭਾਰ ਲਈ ਬੇਹੱਦ ਜ਼ਰੂਰੀ ਸੀ। ਡੰਡੀ ਮਿਸਰ ਵਿਗਿਆਨੀ ਟਾਬੀ ਵਿਲਕਿਨਸਨ ਆਪਣੀ ਪੁਸਤਕ ਦਾ ਨੀਲ ਵਿੱਚ ਲਿਖਦਾ ਹੈ, ਨੀਲ ਨਦੀ ਤੋਂ ਬਿਨਾਂ ਕੋਈ ਮਿਸਰ ਨਹੀਂ ਹੋਵੇਗਾ। ਡੰਡੀ ਪਿਟਸਬਰਗ ਸਥਿਤ ਕਾਰਨੇਗੀ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਵਿਖੇ ਮਿਸਰ ਦੀ ਇੱਕ ਸਹਾਇਕ ਪ੍ਰੋਫੈਸਰ ਲੀਜ਼ਾ ਲਿਖਦੀ ਹੈ, ਨੀਲ ਇੱਕ ਅਜਿਹੀ ਨਾਜ਼ੁਕ ਜੀਵਨ ਰੇਖਾ ਸੀ ਜਿਸ ਨੇ ਅਸਲ ਵਿੱਚ ਖੁਸ਼ਕ ਮਾਰੂਥਲ ਵਿੱਚ ਜੀਵਨ ਤਰੰਗਾਂ ਦਾ ਰੰਗ ਭਰਿਆ। ਡੰਡੀ ਸਪਸ਼ਟ ਹੈ ਕਿ ਨੀਲ ਨਦੀ ਨੂੰ ਮਿਸਰ ਘਾਟੀ ਦੀ ਸੱਭਿਅਤਾ ਦੀ ਜਨਮਦਾਤੀ ਮੰਨਿਆ ਗਿਆ ਹੈ। ਡੰਡੀ ਮਿਸਰ ਘਾਟੀ ਦੀ ਸੱਭਿਅਤਾ ਦਾ ਜਨਮ ਅਤੇ ਵਿਕਾਸ ਨੀਲ ਨਦੀ ਸਦਕਾ ਹੀ ਸੰਭਵ ਹੋਇਆ। ਡੰਡੀ ਇਸੇ ਲਈ ਅੱਜ ਮਿਸਰ ਨੂੰ ਨੀਲ ਨਦੀ ਦਾ ਤੋਹਫਾ ਕਹਿ ਕੇ ਵੰਡਾਇਆ ਜਾਂਦਾ ਹੈ। ਡੰਡੀ ਨੀਲ ਨਦੀ ਦੁਨੀਆ ਦੀ ਸਭ ਤੋਂ ਲੰਬੀ ਨਦੀ ਹੈ। ਡੰਡੀ ਇਸ ਨਦੀ ਦੀ ਲੰਬਾਈ 66-50 ਕਿਲੋਮੀਟਰ ਹੈ। ਡੰਡੀ ਮਿਸਰ ਅਤੇ ਸੁਡਾਨ ਵਿੱਚ ਇਸ ਨਦੀ ਦੇ ਅਨੇਕਾਂ ਨਾਂ ਪ੍ਰਚਲਿਤ ਹਨ। ਡੰਡੀ ਇਸ ਨੂੰ ਅਲ ਨੀਲ, ਅਲ ਬਹਾਰ, ਬਹਾਰ ਅਲ ਨੀਲ, ਨਾਹਰ ਅਲ ਨੀਲ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਡੰਡੀ ਅਰਬੀ ਭਾਸ਼ਾ ਵਿੱਚ ਇਸ ਨੂੰ ਬਹਿਰ ਅਲ ਨੀਲ ਦਾ ਨਾਂ ਦਿੱਤਾ ਗਿਆ ਹੈ। ਡੰਡੀ ਰੈਡੀ। ਸ਼ਬਦ ਨੀਲ ਯੂਨਾਨੀ ਭਾਸ਼ਾ ਦੇ ਸ਼ਬਦ ਨੀਲੋਸ ਤੋਂ ਲਿਆ ਗਿਆ ਹੈ, ਜੋ ਕਿ ਸਾਮੀ ਦੇ ਮੂਲ ਸ਼ਬਦ ਨਾਹਲ ਤੋਂ ਉਪਜਿਆ ਹੈ। ਡੰਡੀ ਇਸ ਦਾ ਮਤਲਬ ਹੈ ਘਾਟੀ ਜਾਂ ਦਰਿਆ, ਨਦੀ ਆਦਿ। ਡੰਡੀ ਗਰਮੀ ਦੀ ਰੁੱਤੇ ਇਸ ਨਦੀ ਵਿੱਚ ਭਰਵੇਂ ਹੜ੍ਹ ਆਉਂਦੇ ਸਨ, ਜਿਹੜੇ ਕਿ ਪੁਰਾਤਨ ਮਿਸਰੀਆਂ ਲਈ ਹਮੇਸ਼ਾ ਅਣਸੁਲਝਿਆ ਸਵਾਲ ਬਣ ਕੇ ਉੱਭਰਦੇ ਸੀ। ਡੰਡੀ ਹੜ੍ਹਾਂ ਸਮੇਂ ਇਹ ਨਦੀ ਆਪਣੇ ਨਾਲ ਜਿਹੜਾ ਮਲਬਾ, ਤਲਛਟ ਅਤੇ ਗਾਰਾ ਮਿੱਟੀ ਆਦਿ ਵਹਾ ਕੇ ਲੈ ਆਉਂਦੀ ਸੀ, ਉਹ ਸਭ ਕਾਲੇ ਰੰਗ ਦਾ ਹੁੰਦਾ ਸੀ। ਡੰਡੀ ਸ਼ਾਇਦ ਇਸੇ ਕਰਕੇ ਪ੍ਰਾਚੀਨ ਮਿਸਰੀ ਇਸ ਨਦੀ ਨੂੰ ਅਰ ਜਾਂ ਔਰ ਦਾ ਨਾਂ ਦਿੰਦੇ ਸਨ। ਡੰਡੀ ਅਰ ਨੂੰ ਕਾਪਟਿਕ ਭਾਸ਼ਾ ਵਿੱਚ ਇਆਰੋ ਆਖਦੇ ਹਨ। ਡੰਡੀ ਇਸ ਤੋਂ ਭਾਵ ਕਾਲਾ ਸੀ। ਡੰਡੀ ਇਸ ਨਦੀ ਦੇ ਹੜ੍ਹਾਂ ਕਾਰਨ ਕਾਲੀ ਹੋਈ ਉਪਜਾਊ ਧਰਤੀ ਨੂੰ ਕੇਮ ਜਾਂ ਕੇਮੀ ਦਾ ਨਾਂ ਦਿੱਤਾ ਜਾਂਦਾ ਸੀ। ਡੰਡੀ ਇਸ ਦਾ ਭਾਵ ਵੀ ਕਾਲੇ ਰੰਗ ਦੀ ਜ਼ਮੀਨ ਹੀ ਸੀ। ਡੰਡੀ 7ਵੀਂ ਸਦੀ ਈਸਾ ਪੂਰਵ ਵਿੱਚ ਮਿਸਰੀ ਕਵੀ ਹੋਮਰ ਨੇ ਆਪਣੇ ਮਹਾਕਾਵਿ ਓਡੀਸੀ ਵਿੱਚ ਨੀਲ ਨਦੀ ਦਾ ਜ਼ਿਕਰ ਕੀਤਾ ਹੈ। ਡੰਡੀ ਉਸ ਨੇ ਨੀਲ ਨਦੀ ਨੂੰ ਈਜਿਪਟਸ ਦਾ ਨਾਂ ਦਿੱਤਾ ਅਤੇ ਜਿਸ ਪ੍ਰਦੇਸ਼ ਵਿੱਚੋਂ ਇਹ ਨਦੀ ਵਹਿ ਰਹੀ ਹੈ ਉਸ ਨੂੰ ਇਜਿਪਟ ਭਾਵ ਮਿਸਰ ਦਰਸਾਇਆ ਹੈ। ਡੰਡੀ ਨੀਲ ਨਦੀ ਕਰੀਬ 30 ਮਿਲੀਅਨ ਸਾਲ ਪਹਿਲਾਂ ਇੱਕ
ਛੋਟੀ ਧਾਰਾ ਦੇ ਰੂਪ ਵਿੱਚ ਵਹਿੰਦੀ ਸੀ, ਜਿਸ ਦਾ ਮੁੱਖ ਸਰੋਤ 18 ਤੋਂ 20 ਡਿਗਰੀ